ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਦੇਖ ਕੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹਾਂ। ਪ੍ਰੋਗਰਾਮ ਸਫ਼ਰ ਜ਼ਿੰਦਗੀ ਦਾ ਵਿੱਚ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਜੀ ਆਇਆਂ ਨੂੰ। ਸਫ਼ਰ ਜ਼ਿੰਦਗੀ ਦਾ ਵਿੱਚ ਜਿੱਥੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਸਾਡੇ ਪੰਜਾਬ ਤੋਂ ਲੰਮੇ ਸਮੇਂ ਤੋਂ ਆਏ ਹੋਏ ਪਰਿਵਾਰ ਜਿਹੜੇ ਨੇ ਉਹਨਾਂ ਦੇ ਨਾਲ, ਇਸੇ ਤਰ੍ਹਾਂ ਹੀ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਇੰਟਰਵਿਊ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਹੁਣ ਤੋਂ ਕਈ ਸਾਲ ਪਹਿਲਾਂ, ਜੇ ਕਹਿ ਲਈਏ ਕਿ ਅਰਲੀ 70s ਅਤੇ ਲੇਟ 60s ਦੇ ਵਿੱਚ ਜਿਹੜੇ ਪਰਿਵਾਰ ਆਏ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਪਰਿਵਾਰਾਂ ਦੇ ਜਿਹੜੇ ਲੜਕਿਆਂ ਦੇ ਅਤੇ ਲੜਕੀਆਂ ਦੇ ਵਿਆਹ ਇੱਥੇ ਕੈਨੇਡਾ ਵਿੱਚ ਹੋਏ ਅਤੇ ਕਿੰਨੇ ਸਿੰਪਲ ਅਤੇ ਸਾਦਗੀ ਦੇ ਨਾਲ ਉਹ ਵਿਆਹ ਹੋਏ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਅੱਜ ਮੇਰੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਮਿਸਟਰ ਅਤੇ ਮਿਸਿਜ਼ ਗਿੱਲ। ਇਹਨਾਂ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਜਾਣਦੀ ਹਾਂ ਅਤੇ ਮੈਂ ਇਹਨਾਂ ਨੂੰ ਬਹੁਤ ਕੌਮ ਦੀ ਸੇਵਾ ਕਰਦਿਆਂ ਵੀ ਦੇਖਿਆ। ਮੇਰੇ ਬੜੇ ਦਿਨਾਂ ਤੋਂ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਇਹਨਾਂ ਤੋਂ ਜ਼ਰੂਰ ਪਤਾ ਕਰਨਾ ਕਿ ਜਦੋਂ ਇਹਨਾਂ ਦੀ ਸ਼ਾਦੀ ਹੋਈ ਆ ਉਹ ਕਿਹਨਾਂ ਹਾਲਾਤਾਂ ਵਿੱਚ ਹੋਈ ਸੀ, ਕਿਸ ਤਰ੍ਹਾਂ ਹੋਈ ਸੀ। ਪਰ ਪਹਿਲਾਂ ਪੁੱਛਦੇ ਹਾਂ ਆਪਾਂ ਗਿੱਲ ਸਾਹਿਬ ਹੋਰਾਂ ਤੋਂ। ਪਹਿਲਾਂ ਤਾਂ ਭਾਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਜੀ ਆਇਆਂ ਨੂੰ ਭਾਬੀ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਕਿਹੜੇ, ਜਿਹੜਾ ਤੁਹਾਡਾ ਸਫ਼ਰ ਜ਼ਿੰਦਗੀ ਦਾ ਕੈਨੇਡਾ ਦੇ ਵਿੱਚ, ਕਿਹੜੇ ਸੰਨ ਵਿੱਚ ਤੁਸੀਂ ਕੈਨੇਡਾ ਆਏ ਸੀ? ਅਸੀਂ ਜੀ 1970 ਚ ਕੈਨੇਡਾ ਚ ਆਏ ਸੀਗਾ ਮੈਂ। ਅੱਛਾ ਜੀ, 1970 ਚ ਆਏ। 70 ਚ ਆਏ ਸੀ। ਉਦੋਂ ਤਾਂ ਬਹੁਤ ਥੋੜੇ ਲੋਕ ਸੀ ਆਪਣੇ। ਥੋੜੇ ਸੀ, ਮੈਂ ਵੱਧ ਤੋਂ ਵੱਧ 25-30 ਫੈਮਲੀਆਂ ਸਰੀ ਦੇ ਵਿੱਚ ਸੀ। ਅੱਛਾ ਜੀ, ਮੈਂ ਸਰੀ ਚ ਆਇਆ ਇੱਥੇ। ਸਰੀ 'ਚ ਹੀ ਆਏ ਸੀ। ਹਾਂ। ਤੇ ਸਰੀ 'ਚ ਜਦੋਂ ਆਏ ਆ ਤੇ ਆਪਣੇ ਤੁਹਾਡੇ ਭੈਣਾਂ ਭਾਈ ਕੋਈ ਮੇਰੀ ਸੀ? ਸਿਸਟਰ ਇੱਥੇ ਉਹਨੇ ਮੰਗਾਇਆ ਸੀ। ਤੁਹਾਡੀ ਸਿਸਟਰ ਨੇ ਮੰਗਵਾਇਆ? ਹਾਂਜੀ। ਤੇ ਮਾਪੇ ਪਿੱਛੇ ਸੀ ਅਜੇ? ਮਾਪੇ ਮੇਰੇ ਬ੍ਰਦਰ ਤੇ ਇੱਕ ਸਿਸਟਰ ਇੱਥੇ ਸੀ ਹਾਂਜੀ। ਤੇ ਮੇਰੇ ਮੰਮੀ ਡੈਡੀ ਇੰਡੀਆ ਸੀ। ਅੱਛਾ, ਉਹ ਇੰਡੀਆ ਸੀਗੇ। ਉਹ ਇੱਥੋਂ ਮਗਰੋਂ ਆਏ 2-3 ਮਹੀਨੇ। ਅੱਛਾ ਅੱਛਾ ਜੀ। ਪਹਿਲਾਂ ਆ ਕੇ ਫਿਰ ਇੱਥੇ ਕੰਮ ਕਿਹੜਾ ਕੀਤਾ? ਪਹਿਲਾਂ ਆ ਕੇ ਜੀ ਅਸੀਂ ਪਹਿਲਾਂ ਕੰਮ ਕੋਦੋਂ ਮਿਲਦੇ ਨਹੀਂ ਸੀ ਸਤਰ ਦੇ ਵਿੱਚ। ਹਾਂਜੀ। ਪਹਿਲਾਂ ਅਸੀਂ ਆ ਕੇ ਫਿਰ ਫਾਰਮਾਂ 'ਚ ਗਏ ਬੇਰੀ ਤੋੜਨ, ਬੂਰੂਬੇਰੀ। ਅੱਛਾ ਜੀ, ਅੱਛਾ। ਹਾਂ ਹਾਂ। ਬੜਾ ਵੈਸੇ ਲੱਗਿਆ ਹੋਏਗਾ ਥੋੜਾ ਜਿਹਾ ਡਿਫਰੈਂਟ ਕਿ ਪਿੱਛੇ ਪੰਜਾਬ ਦੇ ਵਿੱਚ ਖੇਤੀ ਕਰਦੇ ਸੀ ਪਰਿਵਾਰ? ਹਾਂਜੀ, ਖੇਤੀ ਕਰਦੇ ਸੀ। ਖੇਤੀ ਕਰਦੇ ਸੀ। ਨਹੀਂ, ਤੁਸੀਂ ਆਪ ਹੀ ਵਾਹੀ ਕੀਤੀ ਉੱਥੇ? ਕੀਤੀ ਆ। ਹਾਂਜੀ। ਤੇ ਇੱਥੇ ਜਦੋਂ ਫਿਰ ਫਾਰਮਾਂ 'ਚ ਜਾਣਾ ਸ਼ੁਰੂ ਕੀਤਾ ਤੇ ਜਦੋਂ ਪੈਸੇ ਆਉਣ ਲੱਗੇ, ਪੈਸੇ ਮਿਲਣ ਲੱਗੇ, ਫਿਰ ਤਾਂ ਲੱਗਿਆ ਹੋਏਗਾ ਕਿ ਵਾਹਵਾ ਚੰਗਾ ਹੋਇਆ ਸੀ ਇੱਥੇ ਗਏ। ਕੋਈ ਬਾਲੇ ਨਹੀਂ ਹੁੰਦੇ ਸੀਗੇ। ਹਾਂਜੀ। ਸਾਰੀ ਉਹ 7 ਸੈਂਟ ਪਾਉਂਡ ਦੇ ਦਿੰਦੇ ਬਲੂਬੇਰੀ ਦੇ। ਅੱਛਾ ਜੀ। ਤੇ ਸਾਰੀ ਦਿਹਾੜੀ ਸਾਨੂੰ 7 ਡਾਲਰ 6-7 ਡਾਲਰ ਬਣਦੇ ਸੀ। 6-7 ਡਾਲਰ ਸਿਰਫ? ਹਾਏ 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 ਨਾ। ਅੱਛਾ। ਤੇ ਫਿਰ ਜਿਹੜਾ ਤੁਹਾਡਾ ਜ਼ਿੰਦਗੀ ਦਾ ਅਗਲਾ ਪੜਾਅ ਸੀ ਉਹ ਜਦੋਂ ਸ਼ੁਰੂ ਹੋਇਆ ਆ, ਇਹ ਕਿੱਦਾਂ ਆਏ ਤੇ ਕਦੋਂ ਆਏ? ਹਾਂਜੀ, ਤੁਸੀਂ ਦੱਸੋ, ਆਪ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭੈਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸ਼ੁਰੂ ਕਰਨ ਦਾ। ਕਿਸ ਤਰ੍ਹਾਂ? ਹਾਂਜੀ। ਮੈਂ ਵੈਸੇ 73 ਚ ਆਈ ਹਾਂ। 73 ਚ? ਜਿਹਦਾ ਮੈਂ ਆਪਣੇ ਪਿੱਛੋਂ ਤੋਂ ਥੋੜੀ ਜਿਹੀ ਇੰਟਰੋਡਕਸ਼ਨ ਤੁਹਾਨੂੰ ਕਰਨੀ ਚਾਹੂੰਗੀ ਜੀ। ਕਿਉਂਕਿ ਮੈਂ ਜਿੱਦਾਂ ਵੀ ਆਪਣੇ ਪੇਰੈਂਟਸ ਤੋਂ ਵੀ ਦੂਰ ਰਹਿੰਦੀ ਸੀ ਜੀ। ਆਪਣੀ ਸਟੱਡੀ ਕਰਦੀ ਸੀ, ਦਿੱਲੀ ਰਹਿੰਦੀ ਸੀ। ਦਿੱਲੀ ਰਹਿੰਦੀ ਸੀ? ਉੱਥੇ ਸਰਵਿਸ ਕਰਨ ਲੱਗ ਗਈ। ਫਿਰ ਅੱਛਾ ਜੀ। ਸਰਵਿਸ ਕਰਦਿਆਂ ਨੂੰ ਅਚਾਨਕ ਜਿੱਦਾਂ ਵੀ ਪਹਿਲਾਂ ਤਾਂ ਸਾਰਾ ਕੁਝ ਉੱਥੇ ਹੀ ਸੋਚਦੇ ਸੀ ਪੇਰੈਂਟਸ ਵੀ, ਹੋ ਮੈਂ ਵੀ ਇਹੀ ਕਹਿੰਦੀ ਸੀ। ਹਾਂਜੀ। ਕਿਉਂਕਿ ਮੇਰਾ ਖਿਆਲ ਸੀ ਜੇ ਮੈਂ ਬਾਹਰ ਜਾਵਾਂ ਤੇ ਮੈਂ ਸਟੱਡੀ ਬੇਸ ਤੇ ਜਾਂ ਆਪਣੀ ਸਰਵਿਸ ਦੇ ਬੇਸ ਤੇ। ਅੱਛਾ। ਹਾਂ ਹਾਂ। ਕਿਉਂਕਿ ਸਰਵਿਸ ਤੇ ਸਾਡੀਆਂ ਮੇਰੀਆਂ ਫਰੈਂਡਸ ਬਹੁਤ ਆਉਂਦੀਆਂ ਸੀ। ਹਾਂ ਹਾਂ। ਅਸੀਂ ਐਸੇ ਤਰ੍ਹਾਂ ਹੀ ਫਨ ਦੇ ਵਿੱਚ, ਜਿੱਦਾਂ ਸਾਨੂੰ ਨਹੀਂ ਸੀ ਪਤਾ ਵੀ ਸਾਡਾ ਬਣਨਾ ਜਾਂ ਨਹੀਂ, ਜੀ ਜੀ। ਪਾਸਪੋਰਟ ਲੜਕੀਆਂ ਦੇ ਨਾਲ ਬਣਾ ਲਏ। ਜੀ। ਪਰ ਇੰਨਾ ਪਤਾ ਸੀ ਵੀ ਘਰਦਿਆਂ ਨੇ ਸਾਨੂੰ ਅਲਾਉ ਨਹੀਂ ਕਰਨਾ। ਹਾਂ, ਇੰਨੀ ਦੂਰ ਭੇਜਣ ਕਿਉਂਕਿ ਲਈ। ਬਹੁਤ ਤਰਲੇ ਵਾਸਤਿਆਂ ਦੇ ਨਾਲ ਸਾਨੂੰ ਟ੍ਰੇਨਿੰਗ ਦੇ ਵਿੱਚ ਭੇਜਿਆ ਸੀ। ਘਰੋਂ ਦੂਰ ਨਹੀਂ ਸੀ ਨਾ ਲੜਕੀਆਂ ਨੂੰ ਉਸ ਟਾਈਮ ਤੇ ਕੋਈ ਵੀ ਜਾਣ ਦਿੰਦਾ। ਐਨੀ ਉਹ ਘਰ ਦੇ ਮੰਨ ਗਏ। ਮੇਰਾ ਬ੍ਰਦਰ ਉੱਥੇ ਸਰਵਿਸ ਕਰਦੇ ਸੀ, ਕਹਿੰਦੇ ਵੀ ਚਲੋ ਇੱਥੇ ਠੀਕ ਹੈਗਾ ਵੀ ਇੱਥੇ ਆਪਣਾ ਕਰ ਸਕਦੀ ਹੈ। ਟ੍ਰੇਨਿੰਗ ਕੀਤੀ, ਸਰਵਿਸ ਕਰਦੇ ਰਹੇ। ਉੱਥੋਂ ਫਿਰ ਅਚਾਨਕ ਹੀ ਮਤਲਬ ਇਹਨਾਂ ਦਾ ਪ੍ਰੋਗਰਾਮ ਬਣਿਆ। ਘਰਦਿਆਂ ਨੂੰ ਕਹਿ ਦਿੱਤਾ ਪਹਿਲਾਂ, ਮੈਂ ਕਹਿੰਦੀ ਜਦ ਤੱਕ ਸਟੱਡੀ ਪੂਰੀ ਨਹੀਂ ਹੁੰਦੀ ਨਾ, ਹਾਂਜੀ, ਮੈਂ ਸ਼ਾਦੀ ਨਹੀਂ ਕਰਾਣੀ। ਅੱਛਾ ਜੀ। ਬਸ ਮੈਂ ਆਪਣੇ ਪੈਰਾਂ 'ਤੇ ਖੜਾ ਹੋਣਾ ਚਾਹੁੰਦੀ ਸੀ। ਮੈਨੂੰ ਹੋਰ ਨਹੀਂ ਸੀ ਕੁਛ ਵੀ ਮੈਂ ਸਰਵਿਸ ਨਹੀਂ ਕਰਨੀ, ਪਰ ਆਪਣਾ ਕੋਈ ਨਾ ਕੋਈ ਸਕਿੱਲ ਮੇਰੇ ਕੋਲ ਹੋਣਾ ਚਾਹੀਦਾ ਮੇਰੀ ਲਾਈਫ ਦੇ ਵਿੱਚ। ਲਾਈਫ ਦੇ ਵਿੱਚ। ਹਾਂ ਹਾਂ ਹਾਂ। ਹੋਇਆ ਤਾਂ ਪਰ ਫਿਰ ਪੇਰੈਂਟਸ ਨੂੰ ਮੈਂ 3rd ਈਅਰ ਜਾ ਕੇ ਕਹਿਤਾ, ਹਾਲਾਂਕਿ ਮੇਰੀ ਸਟੱਡੀ ਬਾਕੀ ਸੀ। ਮੈਂ ਕਿਹਾ ਹੁਣ ਤੁਸੀਂ ਦੇਖ ਸਕਦੇ ਹੋ, ਕਰ ਸਕਦੇ। ਉਹਨਾਂ ਨੂੰ ਇਹ ਸੀਗਾ ਵੀ ਹਰ ਗੱਲ ਨਾਲ ਜਵਾਬ ਦਿੰਦੇ, ਸ਼ਾਇਦ ਇਹ ਵਿਲਿੰਗ ਹੋਵੇ ਜਾਂ ਨਹੀਂ। ਹਾਂਜੀ। ਭੈਣਾਂ ਨੇ ਵੀ, ਪੇਰੈਂਟਸ ਨੇ ਪੁੱਛਣਾ ਵੀ ਤੂੰ ਸਾਨੂੰ ਆਪਣੀ ਚੋਇਸ ਦੱਸ। ਮੈਂ ਕਿਹਾ ਮੇਰੀ ਕੋਈ ਚੋਇਸ ਨਹੀਂ, ਰਿਸਪੌਂਸਿਬਿਲਟੀ ਤੁਹਾਡੀ ਹੈ, ਕਰਨਾ ਤੁਸੀਂ। ਹਾਂ। ਮੈਂ ਸਟੱਡੀ ਤੋਂ ਬਾਅਦ ਚਲੋ ਹੋਇਆ ਕਰ ਗਏ। ਸਡਨਲੀ ਫਿਰ
ਇਹਨਾਂ ਦੇ ਪਿੰਡ ਦੇ ਜਿੱਦਾਂ ਕੋਈ ਗਏ ਸਾਡੇ ਘਰ ਘਰ ਤੇ ਇਹਨਾਂ ਦੀਆਂ ਵੀ ਚੋਇਸਾਂ ਸੀਗੀਆਂ ਪਹਿਲਾਂ, ਜੀ ਹਾਂਜੀ ਜਿਹੜਾ ਕਿ ਆਪਾਂ ਨੂੰ ਤਾਂ ਪਤਾ ਨਹੀਂ ਸੀਗਾ। ਹਾਂਜੀ ਗੱਲਬਾਤ ਹੋਈ ਵੀ ਇਹਨਾਂ ਦੇ ਪੇਰੈਂਟਸ ਹੀ ਗਏ ਸੀਗੇ, ਇੱਕ ਸਿਸਟਰ ਗਈ ਸੀ ਅੱਛਾ ਤੇ ਜੀ ਇਹਨਾਂ ਦੇ ਡੈਡ ਗਏ ਸੀ ਇੰਡੀਆ। ਉਹ ਜਦੋਂ ਘਰੇ ਗਏ ਸਾਡੇ ਇਹਨਾਂ ਦੇ ਪਿੰਡ ਦੇ ਲੈ ਕੇ, ਤਾਂ ਗੱਲਬਾਤ ਘਰਦਿਆਂ ਨਾਲ ਕੀਤੀ। ਉਹ ਕਹਿੰਦੇ ਵੀ ਅਸੀਂ ਲੜਕੀ ਨੂੰ ਪੁੱਛਾਂਗੇ, ਵੀ ਸਾਨੂੰ ਇਸ ਤਰ੍ਹਾਂ ਹਲੇ ਨਹੀਂ ਪਤਾ। ਹਾਂਜੀ ਤੇ ਮੇਰੇ ਡੈਡ ਨੇ ਪਹਿਲਾਂ ਟੈਲੀਗ੍ਰਾਮ ਕਰਤੀ, ਬਾਅਦ ਚ ਉਸੇ ਦਿਨ ਹੀ ਉੱਥੇ ਪਹੁੰਚ ਗਏ ਦਿੱਲੀ। ਅੱਛਾ ਜੀ, ਮੈਂ ਕਿਹਾ ਵੀ ਸਡਨ ਕੀ ਗੱਲ ਆ। ਹਾਂਜੀ ਚਲੋ ਹੋਈ, ਮੈਂ ਕਿਹਾ ਵੀ ਮੇਰੀ ਗ੍ਰੈਂਡਮਾ ਸਿੱਖ ਹੋ ਜਿਹੜਾ ਮੇਰਾ ਡੈਡ ਆ ਗਿਆ। ਹਾਂਜੀ ਘਰ ਗਏ ਕੁਛ ਨਹੀਂ, ਰਾਤ ਨੂੰ ਅਸੀਂ ਪਹੁੰਚੇ। ਸਵੇਰ ਨੂੰ ਉੱਠਿਆ, ਮੈਂ ਕਿਹਾ ਗੱਲ ਤਾਂ ਦੱਸੋ ਵੀ ਕੀ ਗੱਲ ਆ, ਗ੍ਰੈਂਡਮਾ ਮੇਰੀ ਠੀਕ ਆ। ਹਾਂ ਉਹਨਾਂ ਨੇ ਫਿਰ ਹੌਲੀ ਹੌਲੀ ਗੱਲ ਚਲਾਈ ਵੀ ਆਹ ਗੱਲ ਆ, ਤੇ ਰਿਸ਼ਤਾ ਆਇਆ ਤੇ ਵੀ ਆਇਆ ਆਹ ਵੀ ਗੱਲ ਕੈਨੇਡਾ ਆ। ਤੋਂ ਆ। ਨਹੀਂ ਮਤਲਬ ਰਿਸ਼ਤੇ ਉੱਥੋਂ ਕਰਦੇ ਸੀ, ਪਰ ਮੇਰੀ ਇੱਕੋ ਹੀ ਚੋਇਸ ਸੀਗੀ ਵੀ ਕੈਨੇਡਾ ਦਾ। ਤਾਂ ਫਿਰ ਮੈਂ ਖਿਆਲ ਛੱਡ ਦਿੱਤਾ ਨਾ, ਹਾਂ ਹਾਂ ਵੀ ਜਦੋਂ ਘਰਦਿਆਂ ਨੇ ਮੈਨੂੰ ਜਵਾਬ ਦਿੱਤਾ ਵੀ ਆਪਾਂ ਸਟੱਡੀ ਬੇਸ ਤੇ ਨਹੀਂ ਬਾਹਰ ਜਾ ਸਕਦੇ, ਜੀ ਹਾਂ ਨਹੀਂ ਭੇਜ ਸਕਦੇ, ਤੇ ਮੈਂ ਕਿਹਾ ਚੱਲ ਹੁਣ ਆਪਾਂ ਜਾਣਾ ਹੀ ਨਹੀਂ, ਵੀ ਇੱਥੇ ਹੀ ਸੈਟਿੰਗ ਮੈਨੂੰ ਬਹੁਤ ਪਸੰਦ ਹੈਗੀ ਹੈ, ਸਰਵਿਸ ਕਰਦੀ ਹਾਂ। ਜਦੋਂ ਉਹਨਾਂ ਦਾ ਆਈ ਗੱਲਬਾਤ ਰਿਸ਼ਤਾ ਹੋਇਆ, ਮੈਂ ਕਿਹਾ ਤੁਸੀਂ ਦੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ, ਹਾਂਜੀ ਵੀ ਮੈਨੂੰ ਕੋਈ ਪਤਾ ਨਹੀਂ ਇਸ ਚੀਜ਼ ਦਾ। ਅੱਛਾ ਜੀ। ਹੋਈ ਗੱਲਬਾਤ, ਤੁਹਾਡੇ ਕੋਈ ਫੈਮਿਲੀ ਮੈਂਬਰ ਇੱਥੇ ਕੈਨੇਡਾ ਵਿੱਚ ਸੀ ਕੋਈ ਉਸ ਨਹੀਂ ਵੇਲੇ? ਸੀ ਜੀ, ਕੋਈ ਬਿਲਕੁਲ ਕੋਈ ਸੀ? ਨਹੀਂ ਸੀਗਾ। ਅੱਛਾ ਗੱਲਬਾਤ ਹੋਈ ਤੇ ਫਿਰ ਮੈਂ ਸੀ ਬੋਲਡ ਟਾਈਪ, ਮੈਂ ਕਹਿੰਦੀ ਜਦ ਤੱਕ ਲੜਕਾ ਦੇਖਿਆ ਨਹੀਂ ਵੀ ਆਪਾਂ ਕਿੱਦਾਂ ਉਹਦੇ ਨਾਲ ਵਿਆਹ ਕਰਾ ਸਕਦੇ ਹਾਂ, ਕਿੱਦਾਂ ਵਿਆਹ ਕਰਾ ਸਕਦੀ ਹੈ? ਜਿੱਦਾਂ ਘਰਦਿਆਂ ਨੇ ਪੁੱਛਿਆ ਵੀ ਆਹ ਗੱਲ ਆ, ਮੈਂ ਕਿਹਾ ਤੁਸੀਂ ਦੇਖ ਲਓ, ਆਪਾਂ ਨੂੰ ਕੋਈ ਫਰਕ ਨਹੀਂ। ਹਾਂ ਪਿਕਚਰ ਦਿਖਾਤੀ ਇਹਨਾਂ ਦੀ, ਪਿਕਚਰ ਦਿਖਾਤੀ। ਮੈਂ ਹਾਂ ਕਿਹਾ ਦਿਖਾ ਦਿਓ, ਇੱਥੇ ਕਿਹੜਾ ਮੈਂ ਕੁਛ ਦੇਖਣਾ, ਵੀ ਚਲੋ ਠੀਕ ਆ, ਜੋ ਵੀ ਤੁਹਾਨੂੰ ਚੰਗਾ ਲੱਗਿਆ, ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ 'ਚ। ਕੇਸ ਰੱਖੇ ਹੋਏ ਸੀ ਵੀਰ ਜੀ ਉਦੋਂ? ਨਹੀਂ ਜੀ, ਨਹੀਂ ਨਹੀਂ, ਅੱਛਾ ਕਲੀਨ ਸ਼ੇਪ ਸੀ। ਬਚਪਨ ਤੋਂ ਹੀ। ਉਹਨਾਂ ਦਿਨਾਂ ਵਿੱਚ ਕੁੜੀਆਂ ਇੱਕ ਇਹ ਡਿਮਾਂਡ ਰੱਖਦੀਆਂ ਹੁੰਦੀਆਂ ਸੀ ਵੀ ਕਲੀਨ ਸ਼ੇਪ ਹੋਵੇ ਨਾ। ਨਹੀਂ, ਆਪਣੀ ਚੁਆਇਸ ਸੀਗੀ, ਆਪਣੀ ਪ੍ਰਾਪਰਟੀ ਆ, ਜਿੱਦਾਂ ਮਰਜ਼ੀ ਕਰੋ। ਤੁਹਾਨੂੰ ਦੱਸਿਆ ਨਾ ਵੀ ਥੋੜੀ ਕੁ ਬੋਲਡ ਟਾਈਪ ਸੀ family 'ਚ। ਹਾਂਜੀ ਹਾਂ ਹਾਂ ਇਹ ਨਹੀਂ ਹੋ ਗੱਲਬਾਤ ਹੋ ਗਈ। ਹੋਈ ਤੋਂ ਫਿਰ ਮਤਲਬ ਘਰੇ ਹੀ ਜਿੱਦਾਂ ਇਹਨਾਂ ਦੀ ਸਿਸਟਰ ਗਈ, ਡੈਡੀ ਗਿਆ, ਹੋ ਗਈ ਗੱਲਬਾਤ। 3 ਮਹੀਨਿਆਂ 'ਚ ਹੀ ਪੇਪਰ ਕਰਕੇ ਡੈਡੀ ਨੇ ਜਿੱਦੇ ਚੜ੍ਹਨਾ ਸੀ, ਹਾਂਜੀ ਮੇਰੇ ਕੋਲ ਸ਼ਰਤ ਰੱਖਤੀ, ਮੈਨੂੰ ਮਿਲਣ ਗਏ ਦਿੱਲੀ ਇਹਨਾਂ ਦੇ ਡੈਡੀ। ਅੱਛਾ ਜੀ ਕਹਿੰਦੇ ਬੇਟਾ ਵੀ ਮੈਂ ਚਾਹੁੰਦਾ ਵੀ ਤੂੰ ਰਿਜ਼ਾਈਨ ਕਰ ਦੇ ਸਰਵਿਸ ਤੋਂ। ਅੱਛਾ ਮੈਂ ਕਿਹਾ ਕਿਸੇ ਤੋਂ ਪੁੱਛਿਆ ਨਹੀਂ, ਕੀਤਾ ਨਹੀਂ, ਮੰਨਣਾ ਹੀ ਆਪਣੇ ਡਿਸਾਈਡ ਕੀਤਾ ਕਰਕੇ। ਮੈਂ ਕਿਹਾ ਓਕੇ ਡੈਡੀ ਕਰ ਦਿੰਨੀ ਆ। ਨਹੀਂ ਬੇਟਾ ਮੇਰੇ ਸਾਹਮਣੇ ਹੀ ਲਿਖ ਹੁਣੇ। ਅੱਛਾ ਮੈਂ ਕਿਹਾ ਤੁਹਾਨੂੰ ਯਕੀਨ ਨਹੀਂ ਹੈ ਹਾਂ। ਕੋਈ ਗੱਲ? ਚਲੋ ਕਰਤਾ, ਲਿਖਤਾ। ਮੈਂ ਕਿਹਾ ਆ ਲਓ ਹੁਣ ਸਾਈਨ ਵੀ ਹੋ ਗਏ ਮੇਰੇ, ਵੀ ਹੁਣ ਤਾਂ ਮੈਂ ਗਾਂਹ ਕਰ ਦੇਂਗੀ। ਚਲੋ ਮੇਰਾ ਉੱਥੋਂ ਤੋਂ ਕਰਦੇ ਪੇਪਰ ਉੱਥੋਂ ਭਰ ਦਿੱਤੇ, ਰਿਜ਼ਾਈਨ ਕਰਕੇ ਘਰੇ ਚਲੀ ਗਈ। ਹੈਰਾਨ ਹੋ ਗਏ ਘਰ ਦੇ ਵੀ ਇਹ ਕੀ ਹੋਇਆ, ਬਿਨਾਂ ਪੁੱਛੇ ਸਾਡੇ ਤੂੰ ਰਿਜ਼ਾਈਨ ਕਰਕੇ ਸਰਵਿਸ ਤੋਂ ਆ ਗਈ। ਮੈਂ ਕਿਹਾ ਹੁਣ ਤੁਸੀਂ ਪੜ੍ਹਾਈ ਕਰ ਦਿੱਤੀ, ਹੁਣ ਜਦਾਂ ਮੈਂ ਆਪਦੀ ਮਰਜ਼ੀ ਕਰਾਂ, ਚਾਹੁੰਦੇ ਹੈਗੇ ਆ ਵੀ ਉਸ ਤਰ੍ਹਾਂ ਉੱਦਾਂ ਹੀ। ਮੈਨੂੰ ਕਰਨਾ ਪੈਣਾ। ਠੀਕ ਹੈ। ਘਰ ਦੇ ਹੈਰਾਨ ਹੋ ਗਏ ਇਸ ਚੀਜ਼ ਨੂੰ। 3 ਮਹੀਨਿਆਂ ਦੇ ਵਿੱਚ ਸਾਰਾ ਕੁਝ ਪੇਪਰ ਬਣਾ ਕੇ 3 ਮਹੀਨਿਆਂ 'ਚ ਅਸੀਂ ਇੱਥੇ ਮੈਂ ਆ ਗਈ। ਭਾਜੀ ਜਦੋਂ ਇਹਨਾਂ ਨੇ ਆਉਣਾ ਸੀ, ਤੁਹਾਨੂੰ ਪਤਾ ਲੱਗ ਕਿ ਉਹਨਾਂ ਦਿਨਾਂ ਵਿੱਚ ਟੈਲੀਫੋਨ ਤਾਂ ਹੁੰਦੇ ਨਹੀਂ ਸਨ ਨਾ, ਵੀ ਚਿੱਠੀ ਆਉਂਦੀ ਸੀ, ਟੈਲੀਗ੍ਰਾਮ ਆਉਂਦੀ ਸੀ ਹੈ ਨਾ। ਤੁਹਾਡੇ ਮਨ ਦੇ ਵਿੱਚ ਤਾਂ ਬਹੁਤ ਹੋਏਗਾ ਕਿ ਹਾਂ ਮੇਰੇ ਮਾਂ ਬਾਪ ਨੇ, ਮੇਰੇ ਘਰਦਿਆਂ ਨੇ ਅੱਛੀ ਲੜਕੀ ਮੇਰੇ ਲੱਭੀ ਹੋਏਗੀ ਹੈ ਨਾ, ਤੇ ਪੜ੍ਹੀ ਲਿਖੀ ਲੱਭੀ ਆ। ਹਾਂਜੀ, ਤੇ ਤੁਸੀਂ ਬੜੇ ਐਕਸਾਈਟਡ ਹੋਣੇ ਆ ਵੀ ਹੁਣ ਆ ਜਾਣਾ ਆ ਤੇ ਵਿਆਹ ਹੋ ਜਾਣਾ। ਹਾਂਜੀ, ਪਰ ਜਿਹੜੀ ਜ਼ਿੰਮੇਵਾਰੀ ਵਧਣੀ ਸੀ ਉਹਦੇ ਬਾਰੇ ਹੱਲੇ ਸ਼ਾਇਦ ਉਦੋਂ ਨਹੀਂ ਸੀ ਗਿਆਨ ਨਾ, ਵੀ ਉਦੋਂ ਇੰਨਾ ਹੈ ਨਹੀਂ ਸੀ, ਫੈਮਿਲੀ 'ਚ ਰਹਿੰਦੇ ਇਕੱਠੇ ਸੀ ਸਾਰੇ ਜਾਣੇ। ਹਾਂਜੀ ਹਾਂ ਹਾਂ ਤੇ ਜ਼ਿਆਦਾ ਜ਼ਿੰਮੇਵਾਰੀ ਘਰ ਦੀ ਮੇਰੇ ਤੇ ਸੀਗੀ, ਜੀ। ਕਿਉਂ ਕੰਮ ਵੀ ਮੈਂ ਸਾਰਾ ਕਰਨਾ, ਉਹਦਾ ਘਰ ਦਾ ਵੀ ਦੂਜਾ ਵੀ ਕਰਨਾ। ਹਾਂਜੀ ਤੇ ਉਹ ਮੁੜ ਕੇ ਸਾਡੇ ਹਾਂਜੀ, ਫਿਰ ਜਦੋਂ ਤੁਸੀਂ ਆ ਗਏ ਨਾ, ਤੇ ਤੁਸੀਂ ਡਾਇਰੈਕਟਲੀ ਸਿੱਧਾ ਹੀ ਮਤਲਬ ਕਿ 에ਅਰਪੋਰਟ ਤੋਂ ਤੁਹਾਨੂੰ ਇਹ ਘਰ ਲੈ ਕੇ ਆਏ? ਜੀ ਹਾਂਜੀ, ਤੁਸੀਂ ਇਹਨਾਂ ਦੇ ਘਰ ਡਾਇਰੈਕਟਲੀ ਕਿਉਂਕਿ ਆਏ? ਸਾਰੀ ਫੈਮਿਲੀ, ਇਹਨਾਂ ਦੀ ਫੈਮਿਲੀ ਸਾਰੀ ਇੱਥੇ ਸੀ, ਭੈਣਾਂ, ਇਹਨਾਂ ਦੇ ਬ੍ਰਦਰ, ਹਾਂਜੀ, ਮੰਮੀ ਡੈਡੀ ਸਾਰੇ ਇੱਥੇ ਸੀਗੇ, ਸਾਰੇ 에ਅਰਪੋਰਟ ਤੇ ਗਏ ਸਾਰੇ ਹੋਏ ਸੀ। ਮੈਂ airport ਤਾਂ ਤੇ ਇੱਕ ਗਏ ਪਿਕਚਰ ਦੇਖੀ ਹੋਈ ਸੀ ਪਰਿਵਾਰ ਦੀ, ਮੈਂ ਹਾਂਜੀ। ਕਿਸੇ ਨੂੰ ਜਾਣਦੀ ਨਾ ਸੀ। ਅੱਛਾ, ਇਹਨਾਂ ਦੇ ਅੱਛਾ। ਵੀ ਪਿਕਚਰ ਦੇਖੀ ਹੋਈ ਸੀ। ਪਰਿਵਾਰ ਉੱਥੇ ਜਦੋਂ ਸਾਰੇ ਵੀ ਸੀਗੇ, ਇਹਨਾਂ ਨੇ ਮੈਨੂੰ ਤਾਂ ਦੇਖ ਲਿਆ, ਪਰ ਇਹ ਪਿੱਛੇ ਹੋ ਗਏ ਤੇ ਪਰਿਵਾਰ ਅੱਗੇ ਆ। ਅੱਛਾ, ਮੈਂ ਕਿਹਾ ਚਲੋ ਠੀਕ ਹੈ, ਜੋ ਵੀ ਹੈ ਹੁਣ ਤਾਂ ਵੀ ਉਹਨਾਂ ਦੇ ਸਿਰ ਤੇ ਹੀ ਹੈਗੇ, ਆਏ ਵੀ ਪਰਿਵਾਰ ਮੇਰੇ ਕੋਲ ਹੈਗਾ, ਮੇਰੇ ਲਈ ਤਾਂ ਸਭ ਤੋਂ ਵੱਡੀ ਖੁਸ਼ੀ ਸਭ ਸੀ। ਤੋਂ ਵੱਡੀ ਖੁਸ਼ੀ ਆ। ਡੈਡ ਹੋਣਾ ਨੂੰ ਮਿਲੀ ਹੋਈ ਸੀਗੀ ਇਹਨਾਂ ਦੇ। ਹਾਂ ਹਾਂ, ਤੇ ਜਿਹੜੀ ਹੁਣ ਆਪਾਂ ਵਿਆਹ ਦੀ ਗੱਲ ਕਰਨੀ ਆ, ਉਹ ਆਪਾਂ ਵਾਪਸ ਆ ਕੇ ਕਰਦੇ ਹਾਂ। ਇੱਕ ਲਈਏ ਛੋਟੀ ਜਿਹੀ ਬ੍ਰੇਕ, ਹੁਣੇ ਗਏ ਤੇ ਹੁਣੇ ਵਾਪਸ ਆਏ। ਜੀ ਹਾਂ, ਸੁਣ ਰਹੇ ਹੋ ਤੁਸੀਂ ਇਸ ਵੇਲੇ ਗੱਲਬਾਤ ਮਿਸਟਰ ਤੇ ਮਿਸਿਸ ਗਿੱਲ ਹੋਰਾਂ ਦੀ, ਜਿਨ੍ਹਾਂ ਨੇ ਬੜੇ ਸਾਲ ਪਹਿਲਾਂ ਇੱਕ ਦੂਸਰੇ ਨੂੰ ਮਿਲਣ ਤੋਂ ਬਿਨਾਂ ਸਿਰਫ ਫੋਟੋ ਦੇਖ ਕੇ ਇੱਕ ਦੂਜੇ ਦੀਆਂ ਪਰਿਵਾਰ ਨੇ ਫੈਸਲਾ ਲਿਆ ਕਿ ਇਹ ਵਿਆਹ ਕਰਨਾ ਆ,
ਤੇ ਫਿਰ ਭਾਈ ਸਾਹਿਬ ਹੋਰਾਂ ਨੇ ਆਪਣੀ ਜਿਹੜੀ ਵਾਈਫ ਹੈ ਇਹਨੂੰ ਇੱਥੇ ਬੁਲਾਇਆ ਤੇ ਹੁਣ ਇਹਨਾਂ ਤੋਂ ਪੁੱਛਦੀ ਆ ਕਿ ਵਿਆਹ ਦਾ ਫਿਰ ਤੁਸੀਂ ਕਿੰਨੇ ਕੁ ਦਿਨ ਆਇਆਂ ਨੂੰ ਹੋਏ ਸੀ ਤੁਹਾਨੂੰ ਜਿੰਨੇ ਜਦੋਂ ਵਿਆਹ ਰੱਖ ਲਿਆ ਗਿਆ? ਵਿਆਹ ਦਾ ਇਹਨਾਂ ਦੇ ਡੈਡੀ ਨੇ ਮੈਨੂੰ ਪਹਿਲਾਂ ਲੈਟਰ ਪਾਤੀ ਸੀ ਹਾਂਜੀ ਵੀ ਇੰਨੇ ਟਾਈਮ ਦੇ ਵਿੱਚ ਤੁਸੀਂ ਟਿਕਟ ਬੁਕਿੰਗ ਕਰਾ ਲਓ ਤੇ ਹਾਂਜੀ। ਅਸੀਂ ਇਧਰੋਂ ਬੁਕਿੰਗ ਕਰਾਈ ਹੋਈ ਹੈ ਵਿਆਹ ਦੇ ਲਈ, ਅੱਛਾ ਜੀ। ਡੇਟ ਪਹਿਲਾਂ ਰੱਖੀ ਹੈ। ਹਾਂਜੀ ਉਹ ਦੇਖ ਕੇ ਤੇ ਮੈਨੂੰ ਹੈਰਾਨੀ ਬੜੀ ਲੱਗ ਗਈ ਵੀ ਇਹ ਕੈਨੇਡਾ ਦੇ ਵਿੱਚ ਕਿਹੋ ਜਿਹਾ ਰਿਵਾਜ ਹੈ। ਅੱਛਾ ਮੈਂ ਇੰਡੀਆ ਚ ਆ ਤਾਂ ਉਹਨਾਂ ਨੇ ਬੁਕਿੰਗ ਕਰਾ ਲਈ ਵਿਆਹ ਬੁਕਿੰਗ ਦੇ ਕਰਾ ਲਈ। ਲਈ। ਐਨੀ ਹਾਂ ਆਏ ਸਾਰਾ ਪਰਿਵਾਰ ਜਦੋਂ ਲੈ ਕੇ ਆਏ ਤੇ ਆਪਾਂ ਘਰੇ ਆਏ ਸੀਗੇ ਹਾਂਜੀ ਕਿਉਂਕਿ ਮੇਰਾ ਤਾਂ ਕੋਈ ਇੱਥੇ ਹੈ ਨਾ ਸੀਗਾ। ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਜਿੱਦਾਂ ਰਹਿ ਕੇ ਮੈਂ ਇੰਨੀ ਜ਼ਿਆਦਾ ਖੁਸ਼ ਸੀਗੀ। ਹਾਂ ਹਾਂ ਕਿੰਨੇ ਸਾਲ ਮੈਂ ਆਪਣੇ ਪਰਿਵਾਰ ਨੂੰ ਛੱਡਿਆ ਹੋਇਆ ਸੀਗਾ। ਛੱਡਿਆ ਹੋਇਆ ਸੀ। ਹਾਂ ਹਾਂ ਤੇ ਇੱਥੇ ਮਾਂ ਬਾਪ ਭੈਣਾਂ ਭਰਾ ਸਾਰੇ ਮਾਂ ਮਿਲ ਬਾਪ ਗਏ ਭੈਣ ਭਰਾ, ਤੁਹਾਨੂੰ? ਜਿੱਦਾਂ ਵੀ ਮੇਰਾ ਛੋਟਾ ਭਰਾ ਨਹੀਂ ਸੀ ਉਹ ਵੀ ਇਹਨਾਂ ਦਾ ਛੋਟਾ ਬ੍ਰਦਰ ਸੀਗਾ, ਹਾਂਜੀ ਪਰ ਇਸ ਤਰ੍ਹਾਂ ਰਹਿ ਰਹੇ ਸੀ ਜਿੱਦਾਂ ਕਿ ਵਿਆਹ ਨਾਲੋਂ ਜ਼ਿਆਦਾ ਹੀ ਚੰਗੇ ਦਿਨ ਬੀਤ ਰਹੇ ਅੱਛਾ, ਸੀਗੇ। ਮੈਨੂੰ ਅੱਛਾ ਜੀ। ਇਹਨਾਂ ਦਾ ਬਿਲਕੁਲ ਨਹੀਂ ਸੀਗਾ। ਹਾਂ ਪਰਿਵਾਰ ਦੇ ਵਿੱਚ ਪਰਿਵਾਰ ਇੰਨਾ ਦੇ ਵਿੱਚ ਸੀਗਾ ਕਿਉਂਕਿ ਇਹ ਤਾਂ ਕੰਮ ਪਰਿਵਾਰ ਕਰਦੇ ਦੇ ਸੀਗੇ ਵਿੱਚ, ਉਸ ਹਾਂ, ਟਾਈਮ job ਤੇ। ਕਰਦੇ ਸੀ। ਠੀਕ ਠੀਕ ਹੈ। ਇੱਕ ਹੈਜ਼ਿਟੇਟ ਇੰਨੀ ਕਿੰਨੇ ਸੀਗੀ। ਦਿਨਾਂ ਬਾਅਦ ਵਿਆਹ ਹੋ ਗਿਆ ਸੀ? ਅਸੀਂ ਆਪਾਂ 11 ਦਿਨ 11 ਦਿਨ? ਪਹਿਲੀ ਅਗਸਤ ਨੂੰ ਆਏ ਆ, ਨਾ ਹਾਂਜੀ 11 ਨੂੰ ਆਪਣਾ ਵਿਆਹ 31 ਸੀ। ਨੂੰ ਆਈ ਸੀ। ਕਿਹੜੇ ਗੁਰੂ ਘਰ ਤੁਹਾਡਾ ਵਿਆਹ ਹੋਇਆ ਸੀ? ਨਿਊ ਵੈਸਟ। ਨਿਊ ਵੈਸਟ ਸੁਖ ਸਾਗਰ ਗੁਰਦੁਆਰਾ ਸਾਹਿਬ। ਜੀ ਅੱਛਾ ਜੀ। ਹਾਂ ਹਾਂ ਤੇ ਉਹਨਾਂ ਦਿਨਾਂ ਵਿੱਚ ਇਹੀ ਮਤਲਬ ਜ਼ਿਆਦਾ ਇੱਥੇ ਹੀ ਹੁੰਦੇ ਸਨ ਜਾਂ ਜਿਹੜੇ ਐਬਸਫੋਰਡ ਵੱਲ ਰਹਿੰਦੇ ਸੀ, ਹੈਰੀਟੇਜ ਗੁਰੂ ਘਰ ਜਿਹੜਾ ਹੈਗਾ ਐਬਸਫੋਰਡ ਦਾ, ਉੱਥੇ ਹੁੰਦੇ ਸਨ ਹਾਂਜੀ ਜਾਂ ਵੈਨਕੂਵਰ ਫੇਰੋ ਜਾਂ ਸਟੇਟ ਵੈਨਕੂਵਰ ਤੇ ਹਾਊਸ ਹੁੰਦਾ ਹੋਇਆ ਸੀ। ਕਰਦੇ ਸੀ, ਜਾਂ ਵਿਕਟੋਰੀਆ ਵਾਲਿਆਂ ਦੇ ਵਿਕਟੋਰੀਆ ਹੋਇਆ ਕਰਦੇ ਸਨ। ਤੇ ਵਿਆਹ ਦੇ ਵਿੱਚ ਫਿਰ ਉਹ ਕਿਵੇਂ ਤੁਹਾਡੇ ਜਿਹੜੇ ਹੁਣ ਅੱਜ ਕੱਲ ਇੰਨੇ ਰਿਵਾਜ ਵਧਾਏ ਹੋਏ ਨੇ, ਕਦੀ ਜੀ ਸੈਰਾਮਨੀ ਰਿੰਗ ਸੈਰਾਮਨੀ ਆ ਗਈ, ਕਦੀ ਜੀ ਮਹਿੰਦੀ ਦਾ ਫੰਕਸ਼ਨ ਆ ਗਿਆ, ਕਦੀ ਜੀ ਮਾਈਆਂ ਦਾ ਫੰਕਸ਼ਨ ਆ ਗਿਆ, ਅੱਜ ਪਹਿਲਾ ਮਾਈਆਂ ਕੱਲ ਨੂੰ ਦੂਜਾ ਮਾਈਆਂ ਆ, ਅੱਜ ਕੁੜੀ ਵਾਲਿਆਂ ਨੇ ਆਉਣਾ, ਅੱਜ ਮੁੰਡੇ ਵਾਲਿਆਂ ਨੇ ਆਉਣਾ। ਇਹਦੇ ਵਿੱਚ ਇਹ ਸਭ ਕੁਝ ਕੱਟ ਕਰਕੇ ਟੱਪ ਕੇ ਸਭ ਕਿਸੇ ਨੂੰ ਤੇ ਆਨੰਦ ਕਾਰਜ ਹੋਏ। ਹਾਂਜੀ ਸਾਡਾ ਵਿਆਹ ਇੰਨਾ ਜ਼ਿਆਦਾ ਸਿੰਪਲ ਸੀ ਨਾ, ਹਾਂਜੀ ਜੋ ਵੀ ਕੁਝ ਹੋਇਆ ਸਭ ਕੁਝ ਆਪਾਂ ਘਰ ਦੇ ਵਿੱਚ ਹੀ ਕਰਿਆ। ਘਰ ਦੇ ਵਿੱਚ ਹੀ ਵੈਰੀ ਗੁੱਡ। ਛੋਟਾ ਮਕਾਨ ਸੀ, ਪਰਿਵਾਰ ਸਾਰਾ ਜੁਆਇੰਟ ਸੀਗਾ ਜੀ ਤੇ ਜੋ ਵੀ ਸ਼ਗਨ ਵਗੈਰਾ ਹੋਏ ਸਾਰੇ ਘਰ ਦੇ ਵਿੱਚ ਹੋਏ। ਜੀ ਪਰ ਅਸੀਂ ਤਾਂ ਜਿੱਦਾਂ ਕਹਿੰਦੇ ਆ ਵੀ ਇੰਨਾ ਜ਼ਿਆਦਾ ਸਿੰਪਲ ਸੀ, ਕਦੀ ਸੋਚਿਆ ਨਹੀਂ ਹੈ। ਨਾ ਮਹਿੰਦੀ ਲੱਗੀ ਸੀ ਨਾ ਮਾਈਆਂ ਲੱਗਿਆ, ਹਾਂਜੀ ਪਰ ਵਿਆਹ ਹੋਇਆ। ਹਾਂ ਵਿਆਹ ਦੇ ਉੱਤੇ ਘਰ ਦਾ ਹੀ ਪਰਿਵਾਰ ਸੀ, ਜੀ। ਥੋੜੇ ਮੈਂਬਰ ਜਿੰਨੇ ਕਿ ਸੀਗੇ। ਕੋਈ ਉਸ ਟਾਈਮ ਤੇ ਆਪਣੀ ਕਮਿਊਨਿਟੀ ਇੱਥੇ ਜ਼ਿਆਦਾ ਨਹੀਂ ਸੀ, ਥੋੜੀ ਸੀ ਕਮਿਊਨਿਟੀ ਇਸ ਕਰਕੇ ਜਿੰਨੇ ਇਹਨਾਂ ਦੇ ਰਿਸ਼ਤੇਦਾਰ ਸੀ ਜਾਂ ਬਾਹਰ ਰਹਿੰਦੇ ਸੀਗੇ, ਪਿੰਡ ਵਾਲੇ ਸੀਗੇ, ਉਹਨਾਂ ਨੇ ਇਹਨਾਂ ਨੇ ਬੁਲਾਇਆ ਹੋਇਆ ਸੀ ਘਰ ਦੇ ਕੋਈ ਵਿੱਚ। ਕਿਸੇ ਇਦਾਂ ਵੀ ਹੋਇਆ ਵੀ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਉੱਤੇ ਵੀ ਗੁਰਦੁਆਰੇ ਵਿੱਚ ਜਾਂਦੇ ਕਹਿੰਦੇ ਜੀ ਬਰਾਤ ਆ ਗਈ। ਇੰਡੀਆ ਦੇ ਵਿੱਚ ਵੀ ਸਾਰਾ ਕੁਝ ਬਦਲ ਚੁੱਕਾ ਆ। ਸਾਡੇ ਜਦੋਂ ਇੰਗਲੈਂਡ ਦੇ ਵਿੱਚ ਵਿਆਹ ਹੁੰਦੇ ਸੀ, ਹੁਣ ਸਾਡਾ ਆਪਣਾ ਵੀ ਇੰਗਲੈਂਡ 'ਚ ਹੋਇਆ, ਸਾਡੇ ਪਰਿਵਾਰ ਦੇ ਵਿੱਚ ਇੱਕ ਗੱਲ ਸੀ ਕਿ ਜਦੋਂ ਬਰਾਤ ਆਉਂਦੀ ਆ ਨਾ, ਚਾਹ ਪਾਣੀ ਸਾਰੇ ਮੁੰਡੇ ਭਰਾ ਜਿਹੜੇ ਲੱਗਦੇ ਆ, ਤਾਏ ਚਾਚੇ ਲੱਗਦੇ, ਸਭ ਨੇ ਖੜ ਜਾਣਾ, ਪਹਿਲਾਂ ਬਰਾਤ ਨੂੰ ਚਾਹ ਪਿਲਾਉਣੀ ਆ, ਫਿਰ ਬਰਾਤ ਨੂੰ ਰੋਟੀ ਖਵਾਉਣੀ ਆ, ਆਪ ਬਾਅਦ ਵਿੱਚ ਖਾਣੀ ਹੈ ਨਾ। ਹੁਣ ਅੱਜ ਕੱਲ੍ਹ ਤੇ ਇੰਡੀਆ ਵੀ ਨਹੀਂ ਕੋਈ ਇਸ ਤਰ੍ਹਾਂ ਕਰਦਾ ਨਾ, ਤੇ ਇਹ ਸਾਡੇ ਪਰਿਵਾਰ ਦੀ ਇੱਕ ਰੀਤ ਸੀ। ਪਰ ਇੱਥੇ ਫਿਰ ਇਹ ਤਾਂ ਹੈ ਹੀ ਨਹੀਂ ਸੀ, ਜਦੋਂ ਤੁਹਾਡੇ ਵੱਲੋਂ ਕੋਈ ਹੈ ਹੀ ਨਹੀਂ ਸੀ ਤੇ ਨਾ ਤੇ ਕੁੜੀਆਂ ਨੂੰ ਇਹ ਚਾਹ ਹੋਣਾ ਮੇਰੇ ਕੋਲ ਤਾਂ ਘਰ ਵੀ ਸਾਰਾ ਪਰਿਵਾਰ ਵੀ ਉਹੀ ਸੀਗਾ ਤੇ ਘਰ ਦੇ ਵੀ ਉਹੀ ਸੀ। ਔਰ ਜਿੰਨੇ ਸ਼ਗਨ ਕੀਤੇ ਹਾਂਜੀ ਉਹ ਵੀ ਸਾਰੇ ਇਹਨਾਂ ਨੇ ਹੀ ਕਰਨੇ ਸੀ। ਕਿਹਨੇ ਫੜਾਇਆ? ਪੱਲਾ ਫੜਾਇਆ ਸੀਗਾ ਇਹਨਾਂ ਦੇ ਡੈਡ ਨੇ। ਅੱਛਾ ਵੈਰੀ ਧਰਮੇਲ ਨੇ ਪੜੋ ਗਏ ਨੇ, ਉਹਨੇ ਫੜਾਇਆ ਸੀ। ਹਾਂਜੀ ਮੈਨੂੰ ਇੰਨਾ ਬਹੁਤ ਦੇਖੋ ਕਿੰਨਾ ਨਹੀਂ, ਇਹਨਾਂ ਦੇ ਜਿਹੜੇ ਬ੍ਰਦਰ ਲਾ ਸੀਗੇ ਜੰਦੀ, ਉਹਨਾਂ ਨੇ ਮੈਨੂੰ ਮੇਰੇ ਬ੍ਰਦਰ ਦੀ ਥਾਂ ਤੇ ਖੜੇ ਹੋ ਕੇ ਸਾਰੇ ਸ਼ਗਨ ਜਿਹੜੇ ਮੇਰੇ ਕਰਨੇ ਸੀ ਉਹਨਾਂ ਕੀਤੇ। ਜਿਹੜੇ ਫਾਦਰ ਦੇ ਸੀਗੇ ਉਹਨਾਂ ਦੇ ਫਾਦਰ ਨੇ ਕੀਤੇ। ਫਾਦਰ ਨੇ ਕੀਤੇ। ਹਾਂਜੀ ਤੇ ਫਿਰ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਘਰ ਹੀ ਆ ਗਏ, ਆਨੰਦ ਕਾਰਜ ਹੋ ਗਏ, ਲਾਵਾਂ ਲੈ ਕੇ ਘਰ ਆ ਗਏ, ਗੁਰਦੁਆਰੇ ਦੇ ਵਿੱਚ ਜਿਹੜੇ ਲੰਗਰ ਬਣਾਇਆ ਪਰਿਵਾਰ ਨੇ ਉਹੀ ਲੰਗਰ ਛਕ ਕੇ ਘਰ ਆ ਗਏ। ਫਿਰ ਸ਼ਾਮ ਨੂੰ ਕੋਈ ਇਕੱਠ ਕੁੱਠ ਕੀਤਾ ਜਾਂ ਵੀ ਮਤਲਬ ਕਿ ਪਰਿਵਾਰ ਇਕੱਠਾ ਸੀ? ਪਰਿਵਾਰ ਵੀ ਸੀ ਸਾਡੇ, ਫਿਰ ਮੇਰੇ ਫਰੈਂਡ ਵੀ ਸੀਗੇ, ਘਰੇ ਹੀ ਕੀਤਾ। ਘਰੇ ਹੀ ਕੀਤਾ। ਹਾਂਜੀ ਸਿੰਪਲ ਤੇ ਸੋਹਣਾ ਹੋਇਆ। ਸਿੰਪਲ ਸੋਹਣਾ ਕੀਤਾ, ਸੋਹਣਾ ਹੋਇਆ। ਪਾਰਟੀ ਛੋਟੀ। ਤੇ ਹੁਣ ਜੋ ਕੁਝ ਅੱਜ ਹੋ ਰਿਹਾ ਆ, ਜਿਵੇਂ ਕਿ ਆਪਾਂ ਅਕਸਰ ਦੇਖਦੇ ਹੁਣ ਪਿੱਛੇ ਜਿਹੜਾ ਸਮਾਂ ਨਿਕਲ ਕੇ ਗਿਆ ਆ ਕਰੋਨਾ ਦਾ, ਉਹਦੇ ਵਿੱਚ ਕਰੋਨਾ ਨੇ ਆਪਾਂ ਨੂੰ ਬਹੁਤ ਕੁਝ ਸਿਖਾਉਣ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਪਰਿਵਾਰਾਂ ਨੇ ਉਹ ਸਿੱਖ ਵੀ ਲਿਆ, ਪਰ ਜਦੋਂ ਹੀ ਫਿਰ ਉਹ ਸਾਰਾ ਕੁਝ ਖੁੱਲ੍ਹ ਗਿਆ ਸੀਗਾ ਤੇ ਉਹ ਪਰਿਵਾਰਾਂ ਨੇ ਫਿਰ ਉਸ ਤਰ੍ਹਾਂ ਇਕੱਠ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਆਪਾਂ ਨੂੰ ਜਿਹੜਾ ਅਸੀਂ ਜਿਹੜੇ ਹੁਣ ਅੱਜ ਵਿਆਹ ਹੁੰਦੇ ਆ, ਅਸੀਂ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ। ਇਸ ਕਰਕੇ ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਚਾਹੀ ਸੀ
ਕਿ ਉਹ ਵੀ ਟਾਈਮ ਸੀ ਜਦੋਂ ਇੰਨੇ ਸਿੰਪਲ ਤੇ ਸਾਦੇ ਵਿਆਹ ਹੁੰਦੇ ਸੀ। ਸਿੰਪਲ ਤੇ ਸਾਦੇ ਵਿਆਹ ਹੁੰਦੇ ਸੀ। ਵਿਆਹ ਉਹ ਨਿਭਦੇ ਨੇ, ਨਿਭ ਰਹੇ ਨੇ। ਹੁਣ ਜਿਹੜੇ ਵਿਆਹ ਆ ਉਹ ਅਸੀਂ ਇੰਨੇ ਖਰਚੇ ਕਰਨ ਦੇ ਬਾਵਜੂਦ ਵੀ ਨਿਭ ਨਹੀਂ ਰਹੇ ਨਾ। ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਹੁਣ ਇਸ ਵੇਲੇ ਪ੍ਰੋਗਰਾਮ ਨੂੰ ਦੇਖਣ ਵਾਲੇ ਆ, ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਚਾਹੁੰਦੀ ਆ, ਪਰ ਤੁਸੀਂ ਆਪਣੇ ਹਿਸਾਬ ਦੇ ਨਾਲ, ਤੁਸੀਂ ਆਪਣੇ ਬਾਅਦ 'ਚ ਬੱਚੇ ਵੀ ਵਿਆਹੇ ਨੇ ਹੈ ਨਾ, ਉਹਨਾਂ 'ਚ ਵੀ ਤੁਸੀਂ, ਮੈਨੂੰ ਯਾਦ ਆ ਜਦੋਂ ਤੁਹਾਡੀ ਬੇਟੀ ਦਾ ਵਿਆਹ ਸੀ ਜੀ ਨਾ, ਤੇ ਆਪਾਂ ਬਹੁਤ ਇਕੱਠੇ ਹੁੰਦੇ ਰਹੇ ਹਾਂ ਇੱਕ ਗੁਰੂ ਘਰ ਦੀ ਕਮੇਟੀ ਦੇ ਤੌਰ ਉੱਤੇ ਵੀ, ਤੇ ਤੁਸੀਂ ਬਹੁਤ ਸੋਹਣੇ ਢੰਗ ਨਾਲ ਕੀਤੇ ਸੀ ਵਿਆਹ। ਬਿਲਕੁਲ। ਜਿਹੜੇ ਅੱਜ ਵਿਆਹ ਹੁੰਦੇ ਆ, ਅੱਜ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੀ ਅੱਜ ਦੀ ਪਬਲਿਕ ਆ, ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ? ਜੇ ਕਈ ਲੋਕ ਇਹ ਵੀ ਕਹਿੰਦੇ, ਜਦੋਂ ਮੈਂ ਰੇਡੀਓ ਪ੍ਰੋਗਰਾਮ ਕਰਦੀ ਸੀ, ਜਦੋਂ ਮੈਂ ਇਹ ਗੱਲਾਂ ਕਰਦੀ ਸੀ ਵੀ ਕਿਉਂ ਅਸੀਂ ਇੰਨਾ ਖਰਚ ਕਰਕੇ ਇੰਨੇ ਪ੍ਰੋਗਰਾਮ ਕਰਦੇ ਆ, ਬੱਚੇ ਤਾਂ ਉਹਨਾਂ ਲੋਕਾਂ ਨੂੰ ਜਾਣਦੇ ਵੀ ਨਹੀਂ ਹੁੰਦੇ ਜਿਨ੍ਹਾਂ ਨੂੰ ਤੁਸੀਂ ਵਿਆਹ ਤੇ ਸੱਦਿਆ ਹੁੰਦਾ ਹੈ, ਮੁੜ ਕੇ ਉਹਨਾਂ ਨੇ ਕਦੀ ਉਹਨਾਂ ਨੂੰ ਮਿਲਣਾ ਵੀ ਨਹੀਂ ਹੁੰਦਾ, ਕਦੇ ਦੇਖਣੇ ਵੀ ਨਹੀਂ ਹੁੰਦੇ। ਹਾਂਜੀ, ਤੇ ਕਿਉਂ ਕਰਦੇ? ਤੇ ਮੈਨੂੰ ਕਈ ਲੋਕ ਫੋਨ ਕਰਕੇ ਕਿਹਾ ਕਰਦੇ ਸੀ, ਤੇ ਕਮਾਈਆਂ ਕਾਹਦੇ ਲਈ ਕਰਦੇ ਆ? ਕਮਾਈਆਂ ਆਪਾਂ ਇਸ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਉਡਾ ਦਈਏ ਜੀ। ਕੋਈ ਵੀ ਵਿਆਹ ਹੁੰਦਾ ਆ, ਉੱਤੇ ਜੇ ਇੱਕ ਪਰਿਵਾਰ ਨੇ 11-13 ਚੀਜ਼ਾਂ ਦੀ ਮੈਨਿਊ ਦੇ ਵਿੱਚ ਪਾਈਆਂ ਆ, ਤੇ ਦੂਸਰਾ ਕਹਿੰਦਾ ਹੈ ਜੀ ਮੈਂ ਤਾਂ ਇਹਦੇ ਨਾਲੋਂ 2-4 ਵੱਧ ਹੀ ਪਾਉਂ, ਪਰ ਜਿਹਨਾਂ ਨੇ ਖਾਣਾ ਹੁੰਦਾ, ਜਿਹਨਾਂ ਨੇ ਅਟੈਂਡ ਕਰਨਾ ਹੁੰਦਾ, ਉਹ ਕੋਈ ਨਾ ਕੋਈ ਨੁਕਸ ਫੇਰ ਵੀ ਕੱਢ ਜਾਂਦੇ ਨੇ। ਉਹਦੇ ਨਾਲ ਬਿਹਤਰ ਨਹੀਂ ਕਿ ਜਿੱਦਾਂ ਹੁਣ ਤੁਸੀਂ ਸਿੰਪਲ ਵਿਆਹ ਹੋਇਆ, ਥੋੜ੍ਹੇ ਬੰਦੇ ਸੱਦ ਕੇ ਵੀ, ਤੇ ਤੁਹਾਨੂੰ ਖੁਸ਼ੀ ਮਹਿਸੂਸ ਹੋਈ ਆ। ਨਹੀਂ, ਇਸੇ ਦੇ ਵਿੱਚ ਹੀ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਵੀ ਜਿਸ ਤਰ੍ਹਾਂ ਸੈਂਪਲ ਸਾਡਾ ਹੋਇਆ ਸੀ, ਹਾਂਜੀ, ਹਾਰਡ ਵਰਕ ਕਰਕੇ ਅਸੀਂ ਵੀ ਜਿੱਦਾਂ ਆਪਣਾ ਸਫ਼ਰ ਕੀਤਾ, ਬੱਚਿਆਂ ਨੂੰ ਵੀ ਰੇਸ ਕੀਤਾ, ਬੱਚੇ ਫੈਮਿਲੀ, ਹਾਂਜੀ, ਘਰ ਸਾਡੀ ਜੁਆਇੰਟ ਸੀਗੀ, ਹਾਂਜੀ, ਕੰਮ ਕਰਦੇ ਰਹੇ, ਹਾਰਡ ਵਰਕ ਕਰਕੇ ਕੀਤਾ, ਹਾਂਜੀ, ਪਰ ਅਸੀਂ ਆਪਣੇ ਬੱਚਿਆਂ ਦੇ ਜਿਹੜੇ ਵਿਆਹ ਸੀ ਬਹੁਤ ਸਿੰਪਲ ਕੀਤੇ। ਹਾਂਜੀ, ਇੰਨਾ ਸੀਗਾ ਵੀ ਇਹਨਾਂ ਦੇ ਕਮਿਊਨਿਟੀ ਦੇ ਵਿੱਚ ਬਹੁਤ ਮੇਲ ਜੋਲ ਸੀਗਾ ਜੀ, ਬਿਲਕੁਲ, ਇਸ ਕਰਕੇ ਭੈਣ ਭਾਈ ਨੂੰ ਤਾਂ ਸਭ ਨੂੰ ਬੁਲਾਇਆ ਜੀ। ਪਰ ਜਦੋਂ ਪਹਿਲੇ ਹੀ ਮਤਲਬ ਸਾਨੂੰ ਰਿਸ਼ਤੇਦਾਰ ਮਿਲੇ, ਉਹਨਾਂ ਨਾਲ ਅਸੀਂ ਗੱਲਬਾਤ ਕਰੀ ਬੇਟੀ ਦੇ ਵਿਆਹ ਵੇਲੇ, ਹਾਂਜੀ, ਉਹਨਾਂ ਦੀ ਇੱਕ ਗੱਲ ਮੈਨੂੰ ਸਭ ਤੋਂ ਚੰਗੀ ਲੱਗੀ। ਮੈਂ ਕਿਹਾ ਭੈਣ ਜੀ ਵੀ ਕਿਸ ਤਰ੍ਹਾਂ ਕਰਨਾ, ਆਪਣਾ ਵਿਆਹ ਦਾ ਕੀ ਹੈਗਾ? ਹਾਂਜੀ, ਉਹ ਕਹਿੰਦੇ ਭੈਣ ਜੀ ਦੇਖੋ, ਆਪਾਂ ਬੱਚਿਆਂ ਦੇ ਜੋੜ ਮਿਲਨੇ ਹੈਗੇ ਆ, ਹਾਂਜੀ, ਬੱਚਿਆਂ ਦੀ ਸ਼ਾਦੀ ਕਰਨੀ ਆ, ਚਾਹੇ ਆਪਾਂ 5 ਬੰਦਿਆਂ ਨਾਲ ਕਰ ਲਓ, ਹਾਂਜੀ, ਚਾਹੇ 500 ਨਾਲ ਕਰ ਲਓ। ਉਹਨਾਂ ਦੇ ਵਿਆਹ ਇੰਨੇ ਸੈਂਪਲ ਹੋਏ ਸੀਗੇ। ਹਾਂਜੀ, ਵੱਡੀ ਬੇਟੀ ਦੇ ਮੈਂ ਪਾਰਟੀ ਜ਼ਰੂਰ ਬੇਟੀ ਦੀ ਕੀਤੀ ਹੋਊਗੀ ਪਹਿਲਾਂ, ਪਰ ਦੂਸਰੇ ਬੱਚਿਆਂ ਨੇ ਕਹਿਤਾ ਸੀ ਮੰਮੀ ਵੀ ਇੰਨਾ ਇਕੱਠ ਅਸੀਂ ਨਹੀਂ ਕਰਨਾ। ਹਾਂਜੀ, ਹਾਂ ਠੀਕ ਹੈ, ਜਾਣ ਪਛਾਣ ਸੀਗੀ, ਉਹਨਾਂ ਦੇ ਵਿਆਹ ਉਸ ਤਰ੍ਹਾਂ ਕੀਤੇ, ਬੁਲਾਇਆ ਭੈਣ ਭਾਈ ਨੂੰ, ਪਰ ਜ਼ਿਆਦਾ ਖਰਚੇ ਕਿਸੇ ਪਾਸੇ ਵੀ ਨਹੀਂ ਕੀਤੇ, ਹੁਣ ਸਿੰਪਲ। ਜਿਹੜੀ ਜਿੱਦਾਂ ਭਾਈ ਸਾਹਿਬ, ਮੈਂ ਤੁਹਾਨੂੰ ਵੀ ਇਹ ਪੁੱਛਣਾ ਚਾਹੁੰਦੀ ਆ, ਤੁਹਾਡਾ ਇੰਨਾ ਸਿੰਪਲ ਵਿਆਹ ਹੋਇਆ ਕੈਨੇਡਾ ਦੇ ਵਿੱਚ, ਇੱਥੇ ਗੁਰੂ ਘਰ ਜਾ ਕੇ ਆਨੰਦ ਕਾਰਜ ਕੀਤੇ, ਪਰਿਵਾਰ ਨੇ ਬੈਠ ਕੇ ਘਰ ਦੇ ਵਿੱਚ ਸੈਲੀਬ੍ਰੇਟ ਕੀਤਾ, ਘਰ ਦੇ ਵਿੱਚ ਇਕੱਠੇ ਹੋਏ ਆ ਤੁਸੀਂ, ਤੇ ਇਹ ਤੇ ਤੁਸੀਂ ਖੁਸ਼ੀ ਵੀ ਮਹਿਸੂਸ ਕੀਤੀ, ਔਰ ਅੱਜ ਵੀ ਤੁਸੀਂ ਖੁਸ਼ ਪਰਿਵਾਰ ਹੋ। ਤੁਹਾਨੂੰ ਦੇਖ ਕੇ ਇੱਕ ਉਦਾਹਰਨ ਮਿਲਦੀ ਆ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਇੰਨੇ ਵੱਡੇ ਖਰਚੇ, ਕਿਤੇ ਹੁਣ ਤੇ ਲੋਕੀ 20,000 ਦੀ 25,000 ਦੀ ਡੈਕੋਰੇਸ਼ਨ ਹੀ ਕਰਾਉਂਦੇ ਆ। ਹਾਂਜੀ, ਕਿੰਨਾ ਚੰਗਾ ਹੋਵੇ ਜੇਕਰ ਉਹ ਪੈਸੇ ਬਚਾ ਕੇ ਬੱਚਿਆਂ ਦੇ ਕਿਸੇ ਕੰਮ 'ਚ ਉਹਨਾਂ ਨੂੰ ਲਾਇਆ ਜਾਵੇ, ਪੈਸਿਆਂ ਨੂੰ, ਤੇ ਜਿਹੜਾ ਹੈਗਾ ਆ, ਜਿਹੜਾ ਜ਼ਿੰਦਗੀ ਜਿਉਣੀ ਆ, ਜੇ ਹੁਣ ਤੁਹਾਡੇ ਅੰਗਾ ਇੱਕ ਸਿੰਪਲ ਸਾਦਗੀ ਵਾਲੀ ਲਾਈਫ ਜਿਹੜੀ ਆ ਉਹ ਜੀ ਜਾਵੇ, ਤੇ ਕਿੰਨਾ ਚੰਗਾ ਹੈ ਜੀ। ਤੁਸੀਂ ਜਿਹੜੇ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ, ਸਫ਼ਰ ਜ਼ਿੰਦਗੀ ਦਾ, ਤੁਹਾਡਾ ਸਫ਼ਰ ਜ਼ਿੰਦਗੀ ਦਾ ਮੈਨੂੰ ਬਹੁਤ ਖੂਬਸੂਰਤ ਲੱਗਦਾ ਆ। ਮੈਂ ਜਦੋਂ ਤੁਹਾਡੀ 40ਵੀਂ ਐਨੀਵਰਸਰੀ ਸੀ, ਉਦੋਂ ਵੀ ਜਦੋਂ ਤੁਸੀਂ ਸਾਡੇ ਨਾਲ ਰਲ ਕੇ ਸੈਲੀਬ੍ਰੇਟ ਕੀਤੀ ਕੁਝ ਕੁ ਭੈਣਾਂ ਦੇ ਨਾਲ ਨਾ, ਬਹੁਤ ਮੈਨੂੰ ਉਹ ਵੀ ਯਾਦ ਆ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਇਹ ਵੀ ਮੇਰੇ ਭਰਾ ਭਰਜਾਈ ਨੇ, ਕਿਉਂਕਿ ਮੈਂ ਗਿੱਲਾਂ ਦੀ ਧੀ ਹਾਂ, ਅਤੇ ਇਸ ਕਰਕੇ ਜਿਹੜੇ ਮਿਸਟਰ ਅਤੇ ਮਿਸਿਸ ਸੋਤਾ ਹੋਰਾਂ ਦੀ ਅਸੀਂ ਕੀਤੀ ਸੀ, ਉਹ ਮੇਰੇ ਨਾਨਕਿਆਂ ਤੋਂ ਨੇ, ਅਤੇ ਉਹ ਵੀ ਮੇਰੇ ਭਰਾ ਭਰਜਾਈ ਨੇ। ਮੇਰੇ ਜਿੰਨੇ ਵੀ ਭਰਾ ਭਰਜਾਈਆਂ ਨੇ, ਇਹਨਾਂ ਦੇ ਬਹੁਤ ਸਿੰਪਲ ਇਹਨਾਂ ਨੇ ਵਿਆਹ ਆਪਣੇ ਕੀਤੇ ਨੇ, ਔਰ ਜ਼ਿੰਦਗੀ ਬੜੀ ਖੂਬਸੂਰਤ ਨਿਕਲ ਰਹੀ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਦੀ ਇਹ ਸੋਚਿਆ ਕਿ ਜੇ ਤੁਹਾਡੇ ਕੋਲੋਂ ਕੋਈ ਸਲਾਹ ਮੰਗੇ, ਤੁਹਾਡਾ ਕੋਈ ਰਿਸ਼ਤੇਦਾਰ ਹੋਵੇ, ਤੁਹਾਡਾ ਕੋਈ ਭੈਣ ਭਾਈ ਹੋਵੇ, ਤੁਹਾਡੇ ਕੋਲ ਸਲਾਹ ਮੰਗੇ ਵੀ ਬੱਚੇ ਦਾ ਵਿਆਹ ਕਰਨਾ ਆ, ਆਪਾਂ ਕਿੱਦਾਂ ਕਰੀਏ, ਤਾਂ ਤੁਸੀਂ ਕੀ ਕਹੋਗੇ? ਮੈਂ ਤਾਂ ਜੀ ਹਮੇਸ਼ਾ ਹੀ
ਇੱਥੇ ਹੁਣ ਵੀ ਗੱਲਾਂ ਕਰ, ਸਾਡੇ ਰਿਸ਼ਤੇਦਾਰਾਂ 'ਚ ਵੀ ਵਿਆਹ ਹੋਏ ਆ। ਹਾਂਜੀ, ਮੈਂ ਉਹਨੂੰ ਇਹੀ ਕਹਿਣਾ ਹੁੰਦਾ ਵੀ ਆਪਾਂ ਇੰਨਾ ਕਿਉਂ ਖਰਚਾ ਕਰਦੇ ਕਿਉਂ ਆ, ਕਰਦੇ ਆ। ਹਾਂਜੀ ਵੀ ਇੰਨਾ ਫਜ਼ੂਲ ਖਰਚਾ ਇਹ ਆਪਾਂ ਬੱਚਿਆਂ ਨੂੰ ਦੇ ਦਈਏ, ਹਾਂ ਉਹ ਘਰ ਲੈ ਲੈਣ ਜੀ। ਤੇ ਕੋ ਉਧਰਲੇ ਪਾਸੇ ਲਾ ਦਈਏ। ਹੂੰ ਮੇਰੇ ਭਾਣਜੇ ਦੀ ਗੁੱਡੀ ਦਾ ਵਿਆਹ ਹੋਇਆ, ਮੈਂ ਉਹਦੇ ਨਾਲ ਭਾਣਜੇ ਨੂੰ ਵੀ ਮੈਂ ਕਿਹਾ ਆਪਦੇ ਨੂੰ, ਹਾਂ ਮੈਂ ਕਿਹਾ ਤੇਜ ਵੀ ਤੂੰ ਪੈਸੇ ਬਹੁਤ ਖਰਚ ਕਰੀ ਜਾਂਦੇ, ਕਿੰਨਾ ਕਿੰਨਾ ਆਪਾਂ ਪਾਰਟੀਆਂ ਤੇ ਖਰਚ ਕੀਤਾ, ਇਹ ਹੀ ਆਪਾਂ 2 ਲੱਖ 1.5 ਲੱਖ ਦਾ ਕੁੜੀ ਦੇ ਵਿਆਹ ਤੇ ਲਾਇਆ, ਆਪਾਂ ਕੁੜੀ ਨੂੰ ਉਹ ਕੈਸ਼ ਦੇ ਦਿੰਦੇ। ਕੈਸ਼ ਦੇ ਦਿੰਦੇ, ਉਹ ਉਹਦੇ ਕਹਿੰਦਾ ਘਰ ਨਹੀਂ, ਦੀ ਡਾਊਨ ਪੇਮੈਂਟ ਕਹਿੰਦਾ ਦਿੱਤੀ ਜਾ ਸਕਦੀ ਸੀ। ਜਿਹੜੇ ਕੁੜੀ ਦੇ ਭਰਾ ਕਹਿੰਦਾ ਉਹ ਨਹੀਂ ਮੰਨਦੇ, ਅੱਛਾ ਜੀ। ਕਹਿੰਦੇ ਵੀ ਅਸੀਂ ਮੈਂ ਲਾਉਣਾ ਹੀ ਨਾ ਲਾਉਣਾ। ਇੱਕ ਐਗਜ਼ਾਮਪਲ ਦੇ ਤੌਰ ਉੱਤੇ ਦੱਸਣਾ ਚਾਹੁੰਦੀ ਹਾਂ, ਪਿੱਛੇ ਜੇ ਮੇਰੀ ਕਿਸੇ ਨਾਲ ਇਸੇ ਸੰਬੰਧ ਦੇ ਵਿੱਚ ਗੱਲ ਹੋ ਰਹੀ ਸੀ। ਉਹ ਕਹਿੰਦੇ ਵੀ ਬੀਬਾ ਮੈਂ ਆਪਣੇ ਬੇਟੇ ਦਾ ਵਿਆਹ ਕੀਤਾ, ਕਹਿੰਦਾ ਮੈਂ ਆਪਣੇ ਭਾਈਬੰਦ ਵੀ ਸੱਦੇ ਸੀ, ਹੁਣ ਮੁੰਡੇ ਨੇ ਵੀ ਕਈ ਕੁਛ ਮਤਲਬ ਕਈਆਂ ਨੂੰ ਸੱਦਣਾ ਸੀ, ਕਈ ਕੁਛ ਸੀ, ਤੇ ਕਹਿੰਦਾ ਵੀ ਮੇਰੇ ਬੰਦੇ ਹੋ ਗਏ ਬਹੁਤ ਜ਼ਿਆਦਾ। ਤੇ ਕਹਿੰਦਾ ਜਦੋਂ ਉਹ ਬੱਚੇ ਗਏ ਆਪਣੀ ਛੁੱਟੀਆਂ ਤੇ ਹਨੀਮੂਨ ਤੇ ਗਏ ਤਾਂ ਉੱਥੋਂ ਲੜਦੇ ਹੀ ਵਾਪਸ ਆਏ, ਤੇ ਕਹਿੰਦੇ ਜਦੋਂ ਮੈਂ ਉਹਨੂੰ ਬੇਟੇ ਨੂੰ ਬਿਠਾ ਕੇ ਕਿਹਾ ਵੀ ਦੱਸ ਮੈਂ ਹੁਣੇ ਇੰਨਾ ਖਰਚ ਕੀਤਾ ਆ ਤੁਸੀਂ ਕੀ ਕਰਨ ਲੱਗੇ ਹੋਏ ਆ, ਤੇ ਉਹ ਕਹਿੰਦਾ ਮੇਰੇ ਨਹੀਂ ਸੀ ਬੁਲਾਏ ਹੋਏ ਬੰਦੇ ਜਿਨ੍ਹਾਂ ਨੂੰ ਤੁਸੀਂ ਸੱਦਿਆ ਸੀ, ਮੇਰੇ ਤਾਂ 20 ਦੋਸਤ ਸੀਗੇ, ਉਹਨਾਂ ਦਾ ਹਿਸਾਬ ਲੈ ਲਓ ਮੇਰੇ ਕੋਲੋਂ। ਬੱਚਿਆਂ ਨੇ ਜਵਾਬ ਦੇ ਦਿੱਤਾ। ਫਿਰ ਇਸ ਕਰਕੇ ਤੁਸੀਂ ਵੀ ਇਹੀ ਸਲਾਹ ਦਓਗੇ ਕਿ ਤੁਸੀਂ ਜੇ ਤੁਹਾਡੇ ਕੋਲੋਂ ਹੁੰਦਾ ਤਾਂ ਤੁਸੀਂ ਸਿੰਪਲ, ਤੇ ਮੇਰਾ ਖਿਆਲ ਹੈ ਕਿ ਸਾਰੇ ਇਸ ਗੱਲ ਨੂੰ ਸਮਝਦੇ ਤਾਂ ਹਨ। ਹੁਣ ਬਾਕੀ ਬੱਚਿਆਂ ਦੇ ਉੱਤੇ ਵੀ ਗੱਲ ਆ ਜਾਂਦੀ ਹੈ। ਮੈਨੂੰ ਕਿਸੇ ਡੈਕੋਰੇਸ਼ਨ ਵਾਲਿਆਂ ਨੇ ਦੱਸਿਆ, ਉਹ ਕਹਿੰਦੇ ਜੀ ਇੱਕ ਲੜਕੀ ਪਹਿਲਾਂ ਤਾਂ ਉਹਦੀ ਸੱਸ ਜਿਹੜੀ ਬਣਨੀ ਸੀ ਉਹਨੂੰ ਨਾਲ ਲੈ ਕੇ ਆਈ ਤੇ ਚੀਜ਼ਾਂ ਜਿਹੜੀਆਂ ਇੱਥੇ ਬੁਕਿੰਗ ਕਰਾ ਗਈ ਕਿ ਆਹ ਡੈਕੋਰੇਸ਼ਨ ਲਈ ਚੀਜ਼ਾਂ ਚਾਹੀਦੀਆਂ, ਜਿਹੜੀ ਸੱਸ ਨੇ ਕਿਹਾ। ਦੂਸਰੇ ਦਿਨ ਉਹੀ ਲੜਕੀ ਉਹ ਮੁੰਡੇ ਨੂੰ ਨਾਲ ਲੈ ਕੇ ਚਲੇ ਗਈ ਜਿਹੜਾ ਉਹਦਾ ਹਸਬੈਂਡ ਬਣਨਾ ਸੀ। ਉਹ ਸਾਰਾ ਕੁਝ ਕੈਂਸਲ ਕਰਤਾ ਜੋ ਸੱਸ ਲਿਖਾ ਕੇ ਆਈ ਸੀ, ਤੇ ਆਪਣੀ ਪਸੰਦ ਦੇ ਤੇ ਕਹਿ ਦਿੱਤਾ ਕਿ ਮੁੰਡਾ ਚਾਹੁੰਦਾ ਹੈ ਇਸ ਤਰ੍ਹਾਂ। ਉਹਨੂੰ ਵੀ ਮਤਲਬ ਕਿ ਫਸਾ ਦੇਣ ਵਾਲੀ ਗੱਲ ਹੋਈ, ਤੇ ਆਪ ਵੀ ਮਤਲਬ ਇਸ ਤਰ੍ਹਾਂ ਸੋਚਿਆ ਕਿ ਵੀ ਮੈਂ ਇਦਾਂ ਨਹੀਂ ਇਦਾਂ ਕਰਨਾ ਆ, ਤੇ ਉਹ ਦੇਖੋ ਤੁਸੀਂ ਉੱਥੇ ਕਿਵੇਂ ਨਿਭੂਗੀ ਪਰਿਵਾਰ ਦੇ ਵਿੱਚ ਉਸ ਲੜਕੀ ਦੀ। ਬਹੁਤ ਮੁਸ਼ਕਿਲ ਹੈ ਜੀ ਇਹ। ਇੱਕ ਬੱਚੇ ਅੱਜ ਕੱਲ੍ਹ ਜਿਹੜੇ ਹੈਗੇ, ਮੈਂ ਤਾਂ 1-2 ਫੈਮਲੀਆਂ ਦੇ ਮੈਂ ਰਿਸ਼ਤੇ ਵੀ ਕਰਾਏ ਇੱਥੇ, ਉਹ ਆਹੀ ਗੱਲਾਂ ਹੋਈਆਂ। ਹਾਂਜੀ, ਇੱਕ ਰਿਸ਼ਤਾ ਇੱਥੇ ਸਾਡੇ ਹੋਇਆ, ਉਹ ਮੁੰਡਾ ਕੁੜੀ ਵਿਆਹ ਖਰਚਾ ਉਹਨੇ ਪੂਰਾ ਕੀਤਾ ਵਿਆਹ ਤੇ, ਜੀ ਤੇ ਮੁੰਡਾ ਕੁੜੀ ਜਦੋਂ ਹਨੀਮੂਨ ਤੇ ਗਏ, ਜੀ ਜਦੋਂ ਉੱਥੇ ਮੁੜ ਕੇ ਆਏ, ਜੀ, ਕੁੜੀ ਕਹਿੰਦੀ ਮੈਂ ਨਹੀਂ ਤੈਨੂੰ ਰਹਿਣਾ, ਅੱਛਾ। ਤੇ ਕੁੜੀ ਉੱਠ ਕੇ ਮੁੰਡਾ ਆਪਦੇ ਘਰੇ ਆ ਗਿਆ। ਫਿਰ ਹੁਣ ਦੇਖੋ ਜੀ, ਜਿਹੜੇ ਵਿਆਹ ਡੈਸਟੀਨੇਸ਼ਨ ਵੈਡਿੰਗ ਜਿਹੜੀ ਕਰਨ ਲੱਗ ਗਏ, ਉਹਦੇ ਵਿੱਚ ਦੇਖੋ ਜਿਨ੍ਹਾਂ ਨੂੰ ਤੁਸੀਂ ਵਿਆਹ ਤੇ ਸੱਦਦੇ ਹੋ, ਚਾਚੇ ਤਾਏ ਮਾਮੇ ਭੂਆ ਫੁੱਫੀ, ਉਹਨਾਂ ਨੂੰ ਆਪਣੀਆਂ ਟਿਕਟਾਂ ਲਾ ਕੇ ਜਾਣਾ ਪੈਂਦਾ, ਆਪਣੇ ਰਹਿਣ ਦਾ ਖਰਚ ਵੀ ਦੇਣਾ ਪੈਂਦਾ। ਇੱਕ ਇਹ ਵੀ ਚਲਾ ਲਿਆ ਸੀ ਕੰਮ। ਇਹ ਆਪਾਂ ਨੂੰ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਜਿਹੜੇ ਸਿਧਾਂਤ ਦਿੱਤੇ ਹੋਏ ਆ, ਉਹਦੇ ਤੋਂ ਸਾਰਾ ਕੁਝ ਉਲਟ ਹੋ ਰਿਹਾ ਆ ਜੀ। ਤੇ ਹੁਣ ਆਪਾਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਸੀ ਬਹੁਤ ਕੁਝ ਸਿੱਖਣ ਦਾ ਜੀ। ਤੇ ਜੇ ਲੋਕੀ ਇਸ ਚੀਜ਼ ਨੂੰ ਯਾਦ ਰੱਖਦੇ ਹੋਏ, ਮੇਰਾ ਖਿਆਲ ਹੈ ਕਿ ਤੁਹਾਡੇ ਵਰਗਿਆਂ ਦੀ ਉਦਾਹਰਨ ਅਸੀਂ ਦਿੰਨੇ ਆ ਤੇ ਆਪਣੇ ਸਿੰਪਲ ਵਿਆਹ ਕਰਾਉਣ। ਕੈਨੇਡਾ ਦੇ ਵਿੱਚ ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਵੀ ਲੋਕੀ ਕਹਿੰਦੇ ਨੇ ਕਿ ਮਤਲਬ ਕਿ ਉਹ ਕਹਿੰਦੇ ਜੇ ਫਲਾਣੇ ਰਿਸ਼ਤੇਦਾਰ ਨੇ ਇਦਾਂ ਕੀਤਾ ਅਸੀਂ ਇਦਾਂ ਕਰਾਂਗੇ, ਲੋਹੜੇ ਦਾ ਕਰਜ਼ਾ ਲੈ ਕੇ ਫਿਰ ਬਾਅਦ ਵਿੱਚ ਖੁਦਕੁਸ਼ੀਆਂ ਕਰਦੇ ਆ। ਹਾਂਜੀ। ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਬੈਠ ਕੇ ਗੱਲਬਾਤ ਕਰਾਂਗੇ, ਕਿਸੇ ਹੋਰ ਵਿਸ਼ੇ ਦੇ ਉੱਤੇ ਵੀ ਕਰਾਂਗੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਤੇ ਸਤਿ ਸ਼੍ਰੀ ਅਕਾਲ। ਆਪਣਾ ਤੁਹਾਡਾ ਧੰਨਵਾਦ ਕਰਦੇ ਹਾਂ, ਪਰ ਮੈਂ ਇਹ ਕਹਿੰਦੀ ਹਾਂ ਵੀ ਦੇਖੋ ਜਿਸ ਤਰ੍ਹਾਂ ਸੈਂਪਲ ਹੋਏ, ਪੇਰੈਂਟਸ ਨੇ ਸਾਨੂੰ ਸਿੱਖਿਆ ਦਿੱਤੀ ਜੀ, ਅਸੀਂ ਇੱਕ ਦੂਜੇ ਨਾਲ ਰਲ ਕੇ ਰਹਿਣ ਦਾ ਜਾਂਦੀ ਆਪਣਾ ਮਨ ਦਾ ਪ੍ਰਣ ਕਰ ਲਿਆ। ਹਾਂਜੀ, ਵੀ ਘੱਟ ਦੇ ਵਿੱਚ ਕੱਟਿਆ ਪਹਿਨ ਕੇ ਤੇ ਹਲਕਾ ਖਾ ਕੇ ਥੋੜਾ ਉਹਦੇ ਨਾਲ ਮਤਲਬ ਗੁਜ਼ਾਰਾ ਕਰੋ, ਪਰ ਰਲ ਮਿਲ ਕੇ ਪਰਮਾਤਮਾ ਤੋਂ ਦੁਆ ਮੰਗੀਏ। ਅੱਜ ਤੱਕ ਇਹ ਚੱਲਦੀ ਆਈ ਆ, ਔਰ ਬੱਚਿਆਂ ਨੂੰ ਵੀ ਅਸੀਂ ਇਹੀ ਸਿੱਖਿਆ ਦਿੱਤੀ ਆ। ਅੱਜ 25 ਸਾਲ ਹੋ ਗਏ ਮੇਰੀ ਬੇਟੀ ਦੇ ਵਿਆਹ ਹੋਏ ਨੂੰ। ਹਾਂਜੀ, ਦੂਸਰੀ ਬੇਟੀ ਦੇ ਵੀ 20 ਹੋ ਗਏ ਆ, ਸਾਲ ਹੋ ਗਏ ਆ। ਪਰ ਪਰਮਾਤਮਾ ਉਹਦਾ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਜਿਹੜੀ ਉਹ ਇਸ ਤਰ੍ਹਾਂ ਨਿਭਾ ਰਿਹਾ, ਅਸੀਂ ਕਹਿੰਦੇ ਦੂਸਰੇ ਬੱਚੇ ਵੀ ਇਸੇ ਤਰ੍ਹਾਂ ਹੀ। ਹਾਂਜੀ, ਕਾਰਨ ਜੇ ਉਹਨਾਂ ਨੇ ਨਹੀਂ ਆਪਸ ਵਿੱਚ ਹੀ ਬਣਦੀ ਅੱਗੇ ਤਾਂ ਦੇਖੋ ਆਪਣੀ ਕਿਸੇ ਦੇ ਨਾਲ ਇੰਟਰੋਡਕਸ਼ਨ ਨਹੀਂ ਸੀ ਹੁੰਦੀ। ਹਾਂਜੀ, ਕਿਸੇ ਦਾ ਆਪਾਂ ਨੂੰ ਇਹ ਨਹੀਂ ਸੀ ਹੁੰਦਾ ਵੀ ਵਿਆਹ ਕਿੱਥੇ ਹੋਣਾ ਤੇ ਕੀ ਹੈ। ਹਾਂਜੀ, ਬਿਲਕੁਲ। ਹੁਣ ਤੇ ਬੱਚਿਆਂ ਨੂੰ ਇੰਨਾ ਟਾਈਮ ਦਿੱਤਾ ਜਾਂਦਾ, ਦੇਣ ਦੇ ਬਾਵਜੂਦ ਵੀ ਜੇ ਬੱਚੇ ਮਾਈਂਡ ਚੇਂਜ ਕਰਦੇ ਆ ਤਾਂ ਪੇਰੈਂਟਸ ਨੂੰ ਇੱਕ ਤਰ੍ਹਾਂ ਦੀ ਹਰਟ ਬਹੁਤ ਜ਼ਿਆਦਾ ਹੁੰਦੀ, ਉਹ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਆ। ਪਰ ਉਹਨਾਂ ਨੂੰ ਆਪਣਾ ਮਨ ਬਣਾ ਲੈਣਾ ਚਾਹੀਦਾ ਵੀ ਆਹ ਬੈਠ ਕੇ ਗੱਲ ਕਰ ਲੈਣ ਪੇਰੈਂਟਸ ਦੇ ਨਾਲ ਵੀ ਹਾਂ ਠੀਕ, ਇਹ ਨਹੀਂ ਠੀਕ, ਇਹ ਠੀਕ ਆ। ਪਰ ਖਰਚੇ ਜਿਹੜੇ ਨੇ ਉਹਨਾਂ ਨੂੰ ਆਪਾਂ ਨੂੰ ਕੱਟ ਕਰ ਦੇਣਾ ਚਾਹੀਦਾ। ਦੇਖੋ ਕਰੋਨਾ ਦੇ ਵਿੱਚ ਹੁਣ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਪਰਮਾਤਮਾ ਨੇ ਆਪਣੇ ਤੇ ਲਾਈਆਂ, ਆਪਾਂ ਨੂੰ ਇੱਕ ਤਰ੍ਹਾਂ ਦੀ ਉਹਨੇ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਰਿਹਾ, ਪਰ ਉਸ ਨੂੰ ਆਪਾਂ ਸਮਝ ਗਏ
ਕਿ ਉਸ ਨੂੰ ਫੋਲੋ ਕਰੀਏ, ਖਰਚਿਆਂ ਦੀ ਬਜਾਏ ਕਿ ਆਪਾਂ ਬੱਚਿਆਂ ਨੂੰ ਤਵੱਜੋ ਦੇਵੋ। ਜੀ ਬਹੁਤ ਮਿਹਰਬਾਨੀ, ਉਹੀ ਬਹੁਤ ਜ਼ਿੰਦਗੀ thank ਦੇ you ਵਿੱਚ ਜੀ। ਕੰਮ ਆਉਣੀ ਆ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ Thank you ਤੁਹਾਡਾ। ਜੀ।